ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖੋਜ ਗੁਰਬਾਣੀ ਵਿੱਚ ਆਪ ਸਭ ਦਾ ਸਵਾਗਤ ਹੈ ਜੀ। ਸਭ ਨੂੰ ਜੀ ਆਇਆਂ ਜੀ। ਆਓ ਅਸੀਂ ਸਾਰੇ ਮਿਲ ਕੇ ਪਹਿਲਾਂ ਸ਼ਬਦ ਦਾ ਉਚਾਰਨ ਅਤੇ ਉਸ ਤੋਂ ਉਪਰੰਤ ਉਸਦੇ ਅਰਥ ਕਰਾਂਗੇ। ਅੱਜ ਗੌੜੀ ਮਹੱਲੇ ਤੀਜੇ ਦੇ 7ਵੇਂ ਸ਼ਬਦ ਦੀ ਵਾਰੀ ਹੈ ਜੀ। ਗੌੜੀ ਮਹੱਲਾ ਤੀਜਾ। ਨਾਮ ਅਮੋਲਕ ਗੁਰਮੁਖ ਭਾਵੈ, ਨਾਮੋ ਸੇਵੇ ਨਾਮ ਸਹਿਜ ਸਮਾਵੈ। ਅੰਮ੍ਰਿਤ ਨਾਮ ਰਸਨਾ ਨਿਤ ਗਾਵੈ, ਜਿਸਨੂੰ ਕਿਰਪਾ ਕਰੇ ਸੋ ਹਰ ਰਸ ਪਾਵੈ। ਅੰਧਨ ਹਿਰਦੇ ਜਪਿਓ ਜਗਦੀਸ਼ਾ, ਗੁਰਮੁਖ ਭਾਵਿਓ ਪਰਮ ਪਦ ਸੁਖਾ ਰਹਾਓ। ਹਿਰਦੇ ਸੁਖ ਪਾਇਆ ਪ੍ਰਗਾਸ, ਗੁਰਮੁਖ ਗਾਵੇ ਸਚ ਗੁਣ ਤਾਸ। ਦਾਸ ਨਿਦਾਸ ਨਿਤ ਹੋਵੇ ਦਾਸ, ਗ੍ਰਹਿ ਕੁਟੁੰਬੇ ਸਦਾ ਉਦਾਸ। ਜੀਵਨ ਮੁਕਤ ਗੁਰਮੁਖੋ ਹੋਈ, ਪਰਮ ਪਦਾਰਥ ਪਾਵੇ ਸੋਈ। ਤ੍ਰੈ ਗੁਣ ਮੇਟੇ ਨਿਰਮਲ ਹੋਈ, ਸਹਿਜੇ ਸਾਰ ਮਿਲੇ ਪ੍ਰਭ ਸੋਈ। ਮੋਹ ਕੁਟੰਬ ਸਿਉ ਪ੍ਰੀਤ ਨ ਹੋਈ, ਜਾਂ ਹਿਰਦੇ ਵਸਿਆ ਸਚ ਸੋਈ। ਗੁਰਮੁਖ ਮਨ ਬੇਦਿਆ ਅਸਥਰ ਹੋਈ, ਹੁਕਮ ਪਛਾਣੇ ਬੂਝੇ ਸਚ ਸੋਈ। ਤੂੰ ਕਰਤਾ ਮੈਂ ਅਵਰ ਨ ਕੋਈ, ਦੂਜੇ ਸੇਵੇ ਤੁਝ ਤੇ ਪਤ ਹੋਈ। ਕਿਰਪਾ ਕਰੇ ਗਾਵਾ ਪ੍ਰਭ ਸੋਈ, ਨਾਮ ਰਤਨ ਸਭ ਜਗ ਮੇ ਲੋਈ। ਗੁਰਮੁਖ ਬਾਣੀ ਮੀਠੀ ਲਾਗੀ, ਅੰਤਰ ਬਿਕਸੇ ਅੰਦਨ ਲਿਵ ਲਾਗੀ। ਸਹਿਜੇ ਸੱਚ ਮਿਲਿਆ ਪ੍ਰਸਾਦੀ, ਸਤਿਗੁਰ ਪਾਇਆ ਪੂਰੇ ਵਡਭਾਗੀ। ਹਉਮੈ ਮਮਤਾ ਦੁਰਮੁਖ ਦੁਖ ਨਾਸ, ਜਬ ਹਿਰਦੇ ਰਾਮ ਨਾਮ ਗੁਣ ਤਾਸ। ਗੁਰਮੁਖ ਬੁੱਧ ਪ੍ਰਗਟੀ ਪ੍ਰਭ ਜਾਸ, ਜਬ ਹਿਰਦੇ ਰਵਿਆ ਚਰਨ ਨਿਵਾਸ। ਜਿਸ ਨਾਮ ਦੇ ਸੋਈ ਜਨ ਪਾਏ, ਗੁਰਮੁਖ ਮੇਲੇ ਆਪ ਗਵਾਏ। ਹਿਰਦੇ ਸਾਚਾ ਨਾਮ ਵਸਾਏ, ਨਾਨਕ ਸਹਿਜੇ ਸੱਚ ਸਮਾਏ। ਜਿਸ ਨਾਮ ਦੇ ਸੇ ਸੋਈ ਜਨ ਪਾਏ, ਗੁਰਮੁਖ ਮੇਲੇ ਆਪ ਗਵਾਏ। ਹਿਰਦੇ ਸਾਚਾ ਨਾਮ ਵਸਾਏ, ਨਾਨਕ ਸਹਿਜੇ ਸਾਚ ਸਮਾਏ। ਇਸ ਸ਼ਬਦ ਵਿੱਚ ਗੁਰੂ ਜੀ ਸਾਨੂੰ ਦੱਸਦੇ ਹਨ ਕਿ ਪਰਮੇਸ਼ਰ ਦੇ ਗੁਰਸ਼ਬਦ ਨਾਮ ਨੂੰ, ਅਮੋਲਕ ਨਾਮ ਨੂੰ ਜਪਣ ਵਾਲੇ ਅਮੋਲਕ ਗੁਰਮੁਖ ਜਿਉੜੇ ਹੀ ਇਸ ਨੂੰ ਪ੍ਰਾਪਤ ਕਰ ਸਕਦੇ ਹਨ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਉਹ ਗੁਰਮੁਖ ਕੇਵਲ ਅਤੇ ਕੇਵਲ ਗੁਰਸ਼ਬਦ ਗੁਰਬਾਣੀ ਨਾਮ ਨੂੰ ਸਿਮਰ ਕੇ, ਗੁਰਸ਼ਬਦ ਨਾਮ ਦੁਆਰਾ ਸਹਿਜ ਅਵਸਥਾ ਵਿੱਚ ਸਮਾ ਜਾਂਦੇ ਹਨ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਉਹ ਪਰਮੇਸ਼ਰ ਦਾ ਅੰਮ੍ਰਿਤ ਰੂਪ ਨਾਮ ਗੁਰਸ਼ਬਦ ਨਾਮ ਨੂੰ ਆਪਣੀ ਰਸਨਾ ਦੁਆਰਾ ਅੰਦਨ ਨਿਤ ਹਰ ਵੇਲੇ ਗਾਉਂਦੇ ਹਨ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਜਿਨ੍ਹਾਂ ਗੁਰਮੁਖਾਂ ਨੂੰ ਤੇ ਪਰਮੇਸ਼ਰ ਨੇ ਆਪਣੀ ਮਿਹਰ ਕਿਰਪਾ ਕਰਕੇ ਉਹਨਾਂ ਨੂੰ ਗੁਰਸ਼ਬਦ ਗੁਰਬਾਣੀ ਨਾਮ ਦੇ ਰਸਤੇ ਪਾਇਆ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਉਹਨਾਂ ਗੁਰਮੁਖਾਂ ਦੇ ਅੰਦਰ ਗੁਰਸ਼ਬਦ ਗੁਰਬਾਣੀ ਨਾਮ ਰੂਪ ਅੰਮ੍ਰਿਤ ਦਾ ਰਸ ਉਹਨਾਂ ਨੇ ਪੀ ਲਿਆ ਹੈ ਜੀ, ਭਾਵ ਪ੍ਰਾਪਤ ਕਰ ਲਿਆ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਗੁਰਮੁਖੋ ਜਿਹੜੇ ਗੁਰਮੁਖ ਜੀਵ ਅੰਦਨ ਭਾਵ ਹਰ ਵੇਲੇ ਦਿਨ ਰਾਤ ਆਪਣੇ ਹਿਰਦੇ ਵਿੱਚ ਇਸ ਜਗਤ ਦੇ ਕਰਤਾ ਪੁਰਖ ਦਾ ਗੁਰਸ਼ਬਦ ਨਾਮ ਸਿਮਰਦੇ ਹਨ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਉਹ ਗੁਰਮੁਖ ਗੁਰਸ਼ਬਦ ਨਾਮ ਦੁਆਰਾ ਪਰਮ ਪਦ ਭਾਵ ਆਤਮਿਕ ਸੁਖ, ਅਕਾਲ ਪੁਰਖ ਨੂੰ ਆਪਣੇ ਅੰਦਰ ਵਸਾ ਲੈਂਦੇ ਹਨ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਗੁਰਮੁਖੋ ਜਿਨ੍ਹਾਂ ਗੁਰਮੁਖਾਂ ਦੇ ਹਿਰਦੇ ਵਿੱਚ
ਗੁਰਸ਼ਬਦ ਨਾਮ ਦਾ ਸੁੱਖ ਅਤੇ ਆਤਮਿਕ ਸੁੱਖ ਵਸ ਗਿਆ ਹੋਵੇ ਜੀ, ਫਿਰ ਗੁਰੂ ਜੀ ਕਹਿੰਦੇ ਹਨ ਉਹ ਗੁਰਮੁਖ ਸੱਚ ਰੂਪ ਗੁਰਸ਼ਬਦ ਨਾਮ ਗੁਣਾਂ ਦੇ ਖਜ਼ਾਨੇ ਪਰਮੇਸ਼ਰ ਨੂੰ ਆਪਣੇ ਹਿਰਦੇ ਵਿੱਚ ਪਾਉਂਦੇ ਹਨ ਜੀ। ਫਿਰ ਗੁਰੂ ਜੀ ਕਹਿੰਦੇ ਹਨ ਉਹ ਪਰਮੇਸ਼ਰ ਦੇ ਗੁਰਗਿਆਨ ਦੱਸਣ ਵਾਲਿਆਂ ਦਾਸਾਂ ਦੇ ਦਾਸ ਬਣੇ ਰਹਿੰਦੇ ਹਨ ਜੀ। ਫਿਰ ਗੁਰੂ ਜੀ ਕਹਿੰਦੇ ਹਨ ਉਹ ਗੁਰਮੁਖ ਘਰ ਅਤੇ ਆਪਣੇ ਪਰਿਵਾਰ ਸਾਕ ਸੰਬੰਧੀਆਂ ਵਿੱਚ ਨਿਰਲੇਪ ਰਹਿੰਦੇ ਹਨ ਜੀ। ਭਾਵ ਉਹ ਵਿਕਾਰਾਂ ਤੋਂ ਨਿਰਲੇਪ ਰਹਿੰਦੇ ਹਨ ਜੀ ਅਤੇ ਇੱਕ ਓਂਕਾਰ ਸੱਚ ਰੂਪ ਗੁਰਸ਼ਬਦ ਨਾਮ ਨਾਲ ਜੁੜੇ ਰਹਿੰਦੇ ਹਨ ਜੀ। ਫਿਰ ਗੁਰੂ ਜੀ ਕਹਿੰਦੇ ਹਨ ਗੁਰਮੁਖੋ ਕੋਈ ਵਿਰਲੇ ਗੁਰਮੁਖ ਹੀ ਗੁਰਸ਼ਬਦ ਗੁਰਬਾਣੀ ਨਾਮ ਦੁਆਰਾ ਜੀਵਨ ਮੁਕਤੀ ਪਾਉਂਦੇ ਹਨ ਜੀ। ਫਿਰ ਗੁਰੂ ਜੀ ਕਹਿੰਦੇ ਹਨ ਅਤੇ ਉਹੀ ਗੁਰਮੁਖ ਪਰਮ ਪਦ ਭਾਵ ਇੱਕ ਓਂਕਾਰ ਅਕਾਲ ਪੁਰਖ ਨੂੰ ਆਪਣੇ ਅੰਦਰ ਸਮਾ ਲੈਂਦੇ ਹਨ ਜੀ। ਫਿਰ ਗੁਰੂ ਜੀ ਕਹਿੰਦੇ ਹਨ ਉਹ ਆਪਣੇ ਤ੍ਰੈ ਗੁਣ ਤਿੰਨਾਂ ਗੁਣਾਂ ਦੀ ਗੱਲ ਕਰ ਰਹੇ ਨੇ ਗੁਰੂ ਜੀ, ਜੋ ਕਿ ਰਜੋ ਤਮੋ ਸਤੋ ਤ੍ਰੈ ਗੁਣ, ਤਿੰਨ ਗੁਣ ਭਾਵ ਮਾਇਆਵੀ ਵਿਕਾਰ ਰਜੋ ਤਮੋ ਤੇ ਸਤੋ ਨੂੰ ਗੁਰਸ਼ਬਦ ਗੁਰਬਾਣੀ ਨਾਮ ਦੁਆਰਾ ਦੂਰ ਕਰਕੇ ਖਤਮ ਕਰਕੇ ਕਾਬੂ 'ਚ ਕਰਕੇ ਨਿਰਮਲ ਹੋ ਜਾਂਦੇ ਹਨ ਜੀ। ਫਿਰ ਗੁਰੂ ਜੀ ਕਹਿੰਦੇ ਹਨ ਉਹ ਸਹਿਜੇ ਹੀ ਸੱਚ ਰੂਪ ਗੁਰਸ਼ਬਦ ਗੁਰਬਾਣੀ ਨਾਮ ਦੁਆਰਾ ਪਰਮੇਸ਼ਰ ਨਾਲ ਆਪਣੀ ਲਿਵ ਲਗਾ ਲੈਂਦੇ ਹਨ ਜੀ ਅਤੇ ਪਰਮੇਸ਼ਰ ਨੂੰ ਆਪਣੇ ਅੰਦਰ ਹੀ ਵਸਿਆ ਸਮਝਦੇ ਹਨ ਜੀ। ਉਹਨਾਂ ਨੂੰ ਇਹ ਸੋਝੀ ਹੋ ਜਾਂਦੀ ਹੈ ਜੀ ਕਿ ਪਰਮੇਸ਼ਰ ਉਹਨਾਂ ਦੇ ਅੰਦਰ ਹੀ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਗੁਰਮੁਖੋ ਜਦੋਂ ਹਿਰਦੇ ਵਿੱਚ ਉਹ ਸੱਚਾ ਪਰਮੇਸ਼ਰ ਦਾ ਸੱਚੇ ਪਰਮੇਸ਼ਰ ਦਾ ਗੁਰਸ਼ਬਦ ਗੁਰਬਾਣੀ ਨਾਮ ਵਸ ਜਾਂਦਾ ਹੈ ਜੀ, ਫਿਰ ਗੁਰੂ ਜੀ ਕਹਿੰਦੇ ਹਨ ਉਦੋਂ ਮਾਇਆ ਦਾ ਮੋਹ ਅਤੇ ਪ੍ਰੀਤ ਭਾਵ ਮਨੋਵਿਕਾਰ ਤੰਗ ਨਹੀਂ ਕਰਦੇ ਜੀ। ਤ੍ਰੈ ਗੁਣ ਤਾਂ ਗੁਣ ਜੋ ਕਿ ਮੋਹ ਮਾਇਆ ਵਿਕਾਰ ਹਨ ਜੀ, ਉਹ ਤੰਗ ਨਹੀਂ ਕਰਦੇ ਜੀ। ਫਿਰ ਗੁਰੂ ਜੀ ਕਹਿੰਦੇ ਹਨ ਗੁਰੂ ਦੀ ਕਿਰਪਾ ਦੁਆਰਾ ਜਦੋਂ ਮਨ ਗੁਰਸ਼ਬਦ ਗੁਰਬਾਣੀ ਨਾਮ ਨਾਲ ਬੇਧਿਆ ਭਾਵ ਵਿਨਿਆ ਜਾਂਦਾ ਹੈ ਜੀ, ਭਾਵ ਵਿਰਾਗ ਵਿੱਚ ਆ ਜਾਂਦਾ ਹੈ ਜੀ, ਫਿਰ ਗੁਰੂ ਜੀ ਕਹਿੰਦੇ ਹਨ ਉਦੋਂ ਮਨ ਤੇ ਹਿਰਦਾ ਟਿਕ ਜਾਂਦੇ ਹਨ ਜੀ, ਕੰਟਰੋਲ ਵਿੱਚ ਆ ਜਾਂਦੇ ਹਨ ਜੀ। ਫਿਰ ਗੁਰੂ ਜੀ ਕਹਿੰਦੇ ਹਨ ਫਿਰ ਉਹ ਗੁਰਮੁਖ ਗੁਰਸ਼ਬਦ ਗੁਰਬਾਣੀ ਨਾਮ ਦੀ ਸੋਝੀ ਨਾਲ ਪਰਮੇਸ਼ਰ ਦੇ ਹੁਕਮ ਆਪਣੇ ਆਪ ਨੂੰ ਪਛਾਣ ਕੇ ਪਰਮੇਸ਼ਰ ਦੇ ਹੁਕਮ ਨੂੰ ਪਛਾਣ ਲੈਂਦੇ ਹਨ ਜੀ ਅਤੇ ਸਤ ਸਰੂਪ ਗੁਰਸ਼ਬਦ ਗੁਰਬਾਣੀ ਨਾਮ ਦੇ ਖਜ਼ਾਨੇ ਨੂੰ ਬੁੱਝ ਲੈਂਦੇ ਹਨ ਜੀ। ਫਿਰ ਗੁਰੂ ਜੀ ਕਹਿੰਦੇ ਹਨ ਕਿ ਹੇ ਪਰਮੇਸ਼ਰ ਤੁਸੀਂ ਹੀ ਮੇਰਾ ਕਰਤਾ ਪੁਰਖ ਹੋ ਜੀ ਅਤੇ ਤੁਹਾਡੇ ਤੋਂ ਬਿਨਾਂ ਮੇਰਾ ਹੋਰ ਕੋਈ ਰਖਵਾਲਾ ਨਹੀਂ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਇਸ ਲਈ ਮੈਂ ਸਿਰਫ ਕੇਵਲ ਤੁਹਾਨੂੰ ਹੀ ਸੇਵਦਾ ਹਾਂ ਜੀ, ਕਿਉਂਕਿ ਤੁਹਾਡੇ ਦੁਆਰਾ ਭਾਵ ਗੁਰਸ਼ਬਦ ਗੁਰਬਾਣੀ ਨਾਮ ਦੁਆਰਾ ਮੈਨੂੰ
ਇਹ ਪ੍ਰਤਿਸ਼ਠਾ ਪ੍ਰਾਪਤ ਹੋਈ ਹੈ ਜੀ, ਭਾਵ ਸੋਝੀ ਹੋਈ ਹੈ ਜੀ ਕਿ ਪਰਮੇਸ਼ਰ ਤੁਸੀਂ ਹੀ ਮੇਰੇ ਰਖਵਾਲੇ ਹੋ ਜੀ, ਤੁਸੀਂ ਹੀ ਕਰਤਾ ਧਰਤਾ ਹੋ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਜੇ ਤੁਸੀਂ ਮੇਰੇ ਉੱਤੇ ਆਪਣੀ ਮਿਹਰ ਕਿਰਪਾ ਕਰੀ ਰੱਖੋ ਜੀ, ਫਿਰ ਗੁਰੂ ਜੀ ਕਹਿੰਦੇ ਹਨ ਤਾਂ ਮੈਂ ਸਦਾ ਲਈ ਹਮੇਸ਼ਾ ਲਈ ਆਪਣੀ ਰਸਨਾ ਦੁਆਰਾ ਤੁਹਾਡੇ ਗੁਰਸ਼ਬਦ ਗੁਰਬਾਣੀ ਨਾਮ ਦੇ ਗੁਣ ਗਾਉਂਦਾ ਰਹਾਂ ਜੀ। ਫਿਰ ਗੁਰੂ ਜੀ ਕਹਿੰਦੇ ਆ, ਸਾਰੇ ਸੰਸਾਰ ਜਗਤ ਵਿੱਚ ਤੁਹਾਡਾ ਗੁਰਸ਼ਬਦ ਗੁਰਬਾਣੀ ਨਾਮ ਰੂਪੀ ਰਤਨ ਦਾ ਹੀ ਪ੍ਰਕਾਸ਼ ਹੈ ਜੀ। ਫਿਰ ਗੁਰੂ ਜੀ ਕਹਿੰਦੇ ਆ, ਜਿਨ੍ਹਾਂ ਗੁਰਮੁਖਾਂ ਨੂੰ ਗੁਰਬਾਣੀ ਦੀ ਗੁਰਸ਼ਬਦ ਗੁਰਬਾਣੀ ਨਾਮ ਦੀ ਬਾਣੀ ਮਿੱਠੀ ਲੱਗਦੀ ਹੈ ਜੀ, ਫਿਰ ਗੁਰੂ ਜੀ ਕਹਿੰਦੇ ਹਨ ਉਹਨਾਂ ਦੇ ਹਿਰਦੇ ਅੰਦਰ ਅੰਤਕਰਨ ਭਾਵ ਆਨੰਦ ਆ ਜਾਂਦਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਅਤੇ ਉਹ ਦਿਨ ਰਾਤ ਹਰ ਵੇਲੇ ਉਸ ਪਰਮੇਸ਼ਰ ਦਾ ਗੁਰਸ਼ਬਦ ਗੁਰਬਾਣੀ ਨਾਮ ਦੇ ਵਿੱਚ ਆਪਣੀ ਲਿਵ ਲਗਾਈ ਰੱਖਦੇ ਹਨ ਜੀ। ਫਿਰ ਗੁਰੂ ਜੀ ਕਹਿੰਦੇ ਆ, ਉਹਨਾਂ ਗੁਰਮੁਖਾਂ ਨੂੰ ਫਿਰ ਸਹਿਜੇ ਹੀ ਸੱਚ ਸਰੂਪ ਪਰਮੇਸ਼ਰ ਮਿਲ ਪੈਂਦਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਜਿਨ੍ਹਾਂ ਗੁਰਮੁਖਾਂ ਨੇ ਸਤਿਗੁਰ ਰੂਪ ਗੁਰਸ਼ਬਦ ਗੁਰਬਾਣੀ ਨਾਮ ਦੁਆਰਾ ਪਰਮੇਸ਼ਰ ਨੂੰ ਪ੍ਰਾਪਤ ਕਰ ਲਿਆ ਹੈ ਜੀ, ਫਿਰ ਗੁਰੂ ਜੀ ਕਹਿੰਦੇ ਹਨ ਉਹ ਗੁਰਮੁਖ ਬੜੇ ਵੱਡੇ ਭਾਗਾਂ ਵਾਲੇ ਹਨ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਗੁਰਮੁਖੋ ਜਦੋਂ ਹਿਰਦੇ ਵਿੱਚ ਪਰਮੇਸ਼ਰ ਰੂਪ ਰਾਮ ਦਾ ਗੁਰਸ਼ਬਦ ਗੁਰਬਾਣੀ ਨਾਮ ਦਾ ਗੁਣਾਂ ਦਾ ਖਜ਼ਾਨਾ ਵਸ ਜਾਂਦਾ ਹੈ ਜੀ, ਫਿਰ ਗੁਰੂ ਜੀ ਕਹਿੰਦੇ ਆ ਤਾਂ ਉਹਨਾਂ ਦੀ ਹਉਮੈ ਮਮਤਾ ਮਾਇਆ ਦੁਰਬੁੱਧੀ ਅਤੇ ਦੁੱਖਾਂ ਦਾ ਨਾਸ਼ ਹੋ ਜਾਂਦਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਆ, ਜਦੋਂ ਹਿਰਦੇ ਵਿੱਚ ਪਰਮੇਸ਼ਰ ਗੁਰੂ ਚਰਨਾਂ ਦੀ ਭਾਵ ਗੁਰਸ਼ਬਦ ਨਾਮ ਦਾ ਨਿਵਾਸ ਹੋ ਜਾਂਦਾ ਹੈ ਜੀ, ਫਿਰ ਗੁਰੂ ਜੀ ਕਹਿੰਦੇ ਹਨ ਤਾਂ ਗੁਰਸ਼ਬਦ ਨਾਮ ਦੁਆਰਾ ਉਹਨਾਂ ਦੇ ਅੰਦਰ ਸ੍ਰੇਸ਼ਟ ਬੁੱਧੀ ਪ੍ਰਗਟ ਹੋ ਜਾਂਦੀ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਗੁਰਮੁਖੋ ਜਿਨ੍ਹਾਂ ਗੁਰਮੁਖਾਂ ਨੂੰ ਪਰਮੇਸ਼ਰ ਗੁਰਸ਼ਬਦ ਗੁਰਬਾਣੀ ਨਾਮ ਪ੍ਰਦਾਨ ਕਰਦਾ ਹੈ ਜੀ, ਫਿਰ ਗੁਰੂ ਜੀ ਕਹਿੰਦੇ ਹਨ ਉਹੀ ਗੁਰਮੁਖ ਗੁਰਸ਼ਬਦ ਗੁਰਬਾਣੀ ਨਾਮ ਨੂੰ ਪ੍ਰਾਪਤ ਕਰ ਸਕਦੇ ਹਨ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਜਿਹੜੇ ਗੁਰਮੁਖ ਆਪਣੇ ਪਨ ਦੀ ਭਾਵਨਾ ਨੂੰ ਖਤਮ ਕਰਦੇ ਹਨ ਜੀ, ਉਹ ਕਿਸ ਤਰ੍ਹਾਂ ਕਰਨੀ ਹੈ ਜੀ, ਗੁਰਸ਼ਬਦ ਗੁਰਬਾਣੀ ਨਾਮ ਦੁਆਰਾ। ਫਿਰ ਗੁਰੂ ਜੀ ਕਹਿੰਦੇ ਹਨ ਉਹੀ ਗੁਰਮੁਖ ਪਰਮੇਸ਼ਰ ਏਕ ਓਂਕਾਰ ਕਰਤਾ ਪੁਰਖ ਨਾਲ ਲਿਵ ਲਗਾਉਂਦੇ ਹਨ ਜੀ, ਅਤੇ ਉਹਨਾਂ ਦੇ ਹਿਰਦੇ ਵਿੱਚ ਸੱਚਾ ਗੁਰਸ਼ਬਦ ਗੁਰਬਾਣੀ ਨਾਮ ਸਮਾ ਜਾਂਦਾ ਹੈ ਜੀ, ਵਸ ਜਾਂਦਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਕਿ ਉਹ ਸਹਿਜੇ ਹੀ ਸੱਚ ਸਰੂਪ ਪਰਮੇਸ਼ਰ ਵਿੱਚ ਕਰਤਾ ਪੁਰਖ ਵਿੱਚ ਸਮਾ ਜਾਂਦੇ ਹਨ ਜੀ, ਭਾਵ ਉਹ ਫਿਰ ਗੁਰਸ਼ਬਦ ਗੁਰਬਾਣੀ ਨਾਮ ਦੁਆਰਾ ਪਰਮੇਸ਼ਰ ਨਾਲ ਲਿਵ ਲਾ ਕੇ ਉਸ ਦਾ ਹੀ ਇੱਕ ਅੰਸ਼ ਹੋ ਜਾਂਦੇ ਹਨ ਜੀ। ਇਸ ਸ਼ਬਦ ਦਾ ਸਾਰ ਇਸ ਤਰ੍ਹਾਂ ਕਰੀਏ ਜੀ, ਜਿਸ ਤਰ੍ਹਾਂ ਪਿਛਲੀਆਂ ਅਰਸੀਆਂ ਵਿੱਚ ਗੁਰੂ ਜੀ ਸਾਨੂੰ ਕਰਮਕਾਂਡੀ ਕਰਨ ਵਾਲੇ ਗਿਆਨੀਆਂ ਧਿਆਨੀਆਂ ਦਾ ਵਰਣਨ ਕਰਦੇ ਸਨ ਕਿ ਉਹ ਆਪ ਮਾਇਆਵੀ ਵਿਕਾਰਾਂ 'ਚ ਫਸੇ ਅਤੇ ਉਹ ਕਿਸੇ ਨੂੰ ਕੀ ਸੱਚ ਜਾਂ ਸ਼ਬਦ ਬਾਰੇ ਦੱਸ ਸਕਦੇ ਹਨ ਜਿਹੜਾ ਕਿ ਅਸਰ ਹੋਏ ਕੋਈ। ਇਸ ਸ਼ਬਦ ਵਿੱਚ ਗੁਰੂ ਜੀ ਸਾਨੂੰ ਗੁਰਮੁਖਾਂ ਦੇ ਬਾਰੇ ਦੱਸਦੇ ਹਨ, ਜੋ ਗੁਰਮੁਖ ਗੁਰਸ਼ਬਦ ਗੁਰਬਾਣੀ ਨਾਮ ਵਿੱਚ ਰਤੇ ਹੋਏ ਹਨ, ਉਹਨਾਂ ਗੁਰਮੁਖਾਂ ਦੀ ਅਵਸਥਾ ਬਾਰੇ ਸਾਨੂੰ ਦੱਸਦੇ ਹਨ ਜੀ। ਜਿਸ ਤਰ੍ਹਾਂ ਇਸ ਸ਼ਬਦ ਦੀ ਇਸ ਪੰਕਤੀ 'ਚ ਗੁਰੂ ਜੀ ਦੱਸਦੇ ਹਨ, ਮਨ ਜਾਗੇ ਕਿ ਇਹ ਨਿਸ਼ਾਨੀ ਉਰ ਲਾਗੇ ਪ੍ਰੀ ਅੰਮ੍ਰਿਤ ਬਾਣੀ, ਮਨ ਜਾਗੇ ਕਿ ਇਹ ਨਿਸ਼ਾਨੀ
ਉਰ ਲਾਗੇ ਪ੍ਰੀ ਅੰਮ੍ਰਿਤ ਬਾਣੀ। ਭਾਵ ਜਦੋਂ ਗੁਰਸ਼ਬਦ ਗੁਰਬਾਣੀ ਨਾਮ ਦੁਆਰਾ ਮਨ ਜਾਗ ਪੈਂਦਾ ਹੈ ਜੀ, ਭਾਵ ਮਨੋ ਵਿਕਾਰਾਂ ਨੂੰ ਛੱਡ ਕੇ ਗੁਰਸ਼ਬਦ ਗੁਰਬਾਣੀ ਨਾਮ ਨਾਲ ਜੁੜਦਾ ਹੈ ਜੀ, ਫਿਰ ਗੁਰੂ ਜੀ ਕਹਿੰਦੇ ਹਨ ਫਿਰ ਉਹ ਸਤਿਗੁਰੂ ਦੀ ਬਾਣੀ ਗੁਰਸ਼ਬਦ ਗੁਰਬਾਣੀ ਨਾਮ ਦਾ ਉਪਦੇਸ਼ ਧਿਆਨ ਨਾਲ ਸੁਣਦਾ ਹੈ ਜੀ, ਅਤੇ ਮਾਇਆਵੀ ਵਿਕਾਰਾਂ ਵਿੱਚ ਨਹੀਂ ਫਸਦਾ ਜੀ, ਅਤੇ ਉਸ ਨੂੰ ਗੁਰਸ਼ਬਦ ਗੁਰਬਾਣੀ ਨਾਮ ਦੁਆਰਾ ਆਪਣੇ ਪਰਮੇਸ਼ਰ ਦੇ ਹੁਕਮ 'ਤੇ ਪੂਰਾ ਭਰੋਸਾ ਆ ਜਾਂਦਾ ਹੈ ਜੀ, ਅਤੇ ਉਸ ਉਹਨਾਂ ਗੁਰਮੁਖਾਂ ਦੀ ਸੁਰਤ, ਹਿਰਦਾ ਅਤੇ ਮਨ ਦਿਨ ਰਾਤ ਹਰ ਵੇਲੇ ਪਰਮਾਤਮਾ ਪਰਮੇਸ਼ਰ ਦੇ ਗੁਰਸ਼ਬਦ ਗੁਰਬਾਣੀ ਨਾਮ ਨਾਲ ਜੁੜੇ ਰਹਿੰਦੇ ਹਨ ਜੀ, ਅਤੇ ਉਹਨਾਂ ਦੇ ਮਨ ਅਤੇ ਹਿਰਦੇ ਵਿੱਚ ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਦਾ ਆਨੰਦ ਆ ਜਾਂਦਾ ਹੈ ਜੀ। ਅੱਜ ਦਾ ਵਿਚਾਰ ਕਰਦਿਆਂ ਮੇਰੇ ਕੋਲੋਂ ਨੇਕਾਂ ਭੁੱਲਾਂ ਹੋਈਆਂ ਹੋਣਗੀਆਂ, ਉਸ ਵਾਸਤੇ ਮੈਂ ਖਿਮਾ ਦੀ ਜਾਚਕ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।